मेरा नाम मोहम्मद मुद्दसिर है। मैं जामा मस्जिद कुराली का इमाम हूँ जी जी। ਅੱਜ ਇਹ ਬੱਸ ਸਟੈਂਡ ਕੁਰਾਲੀ ਲਾਈਟਾਂ ਤੇ ਇਹ ਧਰਨਾ ਲਾਇਆ ਕੀ ਹੈ? ये धरना, ये प्रदर्शन, प्रोटेस्ट इसलिए है कि सरकार वक्फ बिल लाई है, तरमीमी बिल लाई है, संशोधन बिल वक्फ के अंदर तब्दीली की है। तो हम ये चाहते हैं कि इस बिल को खारिज किया जाए जी और ये बिल जो हमारी जायदाद पर कब्ज़ा करने के लिए लाई है, तो हम इसके ख़िलाफ़ प्रोटेस्ट कर रहे हैं। और ये प्रोटेस्ट उस वक्त तक जारी रहेगा जब तक सरकार, हुकूमत इस कानून को वापस न ले ले। और पुरअमन तरीके से हमारा ये प्रोटेस्ट जारी रहेगा, न कोई नारा, न कोई रोड जाम। हम पुरअमन तरीके से, जैसे अब चल रहा है, इसी तरीके से हम ये प्रोटेस्ट करते रहेंगे जब तक सरकार इस कानून को वापस नहीं लेती। कितने दिन चल जाएगा फिर? जब तक, कैसा आपको लगता है? ये तो बार बार होता रहेगा। ये बार बार होता रहेगा जब तक सरकार कानून को वापस नहीं लेती। हम उस वक्त तक अपने हक़ के लिए लड़ते रहेंगे। क्या नाम है आपका? मेरा नाम मोहम्मद सावर है जी। हाँ जी। मैं जिला मुस्लिम एसोसिएशन का प्रधान हूँ और कराली मुस्लिम कमेटी का भी प्रधान हूँ। ये हमने इसलिए किया है, शांतिपूर्ण किया है, कोई रौला नहीं करना, कोई हमने रोड जाम नहीं करना, किसी तरह का किसी को जनता को, आम जनता को परेशान नहीं करना। जो इन्होंने ना वक्फ बिल लागू किया है, इसकी खारिज की वजह से इसमें कोई सरकार का लेना देना नहीं है। ये हमारी पुरखों की जगह होती है, जो हमारे पुरखों ने दान की हुई जगह है ये, इसमें सरकार का कोई लेना देना नहीं है। तो ये पुरखों ने हमारे ने दान की, मान के चलो किसी मस्जिद को, किसी कब्रिस्तान को, किसी उसको, उस पर कब्जा करना चाह रही है सरकार। लेकिन ये हर चीज़ हम होने नहीं देंगे, चाहे जितनी बार मर्जी हमें प्रोटेस्ट करना गए, जितना देर मर्जी करना पड़े, ये हम करते रहेंगे जी। बच्चे से लेके बूढ़े तक हम घर से निकले हैं, तो आज नहीं होगा तो कल होगा, कल नहीं होगा परसों होगा, ये जब तक चलता रहेगा जब तक ये सरकार बिल वापस नहीं लेगी। हर रोज करूँगे ਜਾਂ ਕਿਵੇਂ ਹੋਊਗਾ? नहीं, जिद्दां जिद्दां साडी जी अग्गों इस्लामी गाइडलाइन आती रहेगी, हाँ उस हिसाब नाल महीने 'ਚ एक बारी 2 बारी जिद्दां भी होएगा उस हिसाब नाल असीं परमिशन लैके उस हिसाब नाल ਚੱਲਾਂਗੇ जी। ਅਸੀਂ ਆਪਣੀ ਮਰਜ਼ੀ ਨਾਲ ਨਹੀਂ, ਜਿੱਦਾਂ ਜਿੱਦਾਂ ਸਾਡੇ ਅੱਗੇ ਇਸਲਾਮੀ ਦਾਇਰੇ ਦੇ ਵਿੱਚੋਂ ਸਾਨੂੰ ਗਾਈਡਲਾइन ਮਿਲਦੀ ਰਹੇਗੀ, ਉਸ ਹਿਸਾਬ ਨਾਲ ਚੱਲਾਂਗੇ ਅਸੀਂ। ਹਾਂਜੀ। मेरा नाम रूबीना है ਓਕੇ जी। ਅੱਜ ਬੱਸ ਸਟੈਂਡ ਤੇ ਖੜੇ ਆ ਕੁਰਾਲੀ ਲਾਈਟਾਂ ਤੇ, ਕੀ ਮਾਮਲਾ ਹੈ? ਅਸੀਂ ਇਸ ਬਿੱਲ ਦੇ ਅਗੇਂਸਟ ਹੈ, ਜੋ ਇਹ ਵਕਫ ਬੋਰਡ ਹੈ, ਅਸੀਂ ਬਿਲਕੁਲ ਇਸ ਦੇ ਅਗੇਂਸਟ ਹੈ। ਜੋ ਵੀ ਇਸ ਬਿੱਲ ਦੇ ਅੰਦਰ ਹੈ ਕਿ ਜੋ ਵੀ ਕਬਰਿਸਤਾਨ ਹੈ, ਜੋ ਮੁਸਲਿਮਸ ਦੇ ਅੰਡਰ ਜਿਨ੍ਹਾਂ ਦੀ ਉਹਨਾਂ ਦੇ ਪ੍ਰੋਪਰਟੀਜ਼ ਹੈ, ਉਸ ਦੇ ਜੋ ਵੀ ਮਤਲਬ ਉਸ ਦੇ ਦਾਨ ਵਾਸਤੇ ਜਾਂ ਜੋ ਵੀ ਇਸ ਕਾਨੂੰਨ ਦੇ ਅੰਦਰ ਹੈ, ਅਸੀਂ ਇਸ ਨੂੰ ਆਪਣੇ ਨਾਲ ਹੀ ਰੱਖਣਾ ਚਾਹੁੰਦੇ ਹੈ। ਕੋਈ ਵੀ ਇਸ ਨੂੰ ਮਤਲਬ ਸਰਕਾਰ ਆਪਣੇ ਅੰਦਰ ਨਾਲ ਨਹੀਂ ਲੈ ਸਕਦੀ, ਅਤੇ ਅਸੀਂ ਇਸ ਬਿੱਲ ਦੇ ਅਗੇਂਸਟ ਹੈ। ਜਦੋਂ ਤੱਕ ਇਹ ਬਿੱਲ ਪਾਸ ਨਹੀਂ ਹੋਏਗਾ ਜਾਂ ਫਿਰ ਇਸ ਨੂੰ ਖਾਰਿਜ ਨਹੀਂ ਕੀਤਾ ਜਾਏਗਾ, ਅਸੀਂ ਪ੍ਰੋਟੈਸਟ ਕਰਦੇ रहेंगे ਬਿਲਕੁਲ ਸ਼ਾਂਤੀਪੂਰਵਕ। ਕੋਈ ਅਸੀਂ ਰੋਡ ਜਾਮ ਨਹੀਂ ਕਰੇ, ਕਿਸੇ ਦਾ ਕੋਈ ਨੁਕਸਾਨ ਨਹੀਂ ਕਰੇ, ਕਿਸੇ ਨੂੰ ਪਰੇਸ਼ਾਨ ਨਹੀਂ ਕਰੂੰਗੇ। ਅਸੀਂ ਬਿਲਕੁਲ ਸ਼ਾਂਤੀ ਨਾਲ ਆਪਣਾ ਇਹ ਪ੍ਰੋਟੈਸਟ ਕਰਦੇ ਰਹਾਂਗੇ ਤਾਂ ਕਿ ਜੋ ਸਾਡੀ ਮੰਗ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ। ਕਦੋਂ ਤੱਕ ਚੱਲਦਾ ਰਹੇਗਾ? ਜਦ ਤੱਕ ਇਹ ਬਿੱਲ ਮਤਲਬ ਸਾਡੇ ਜੋ ਵੀ ਅਸੀਂ ਜੋ ਮੁਸਲਿਮਸ ਹੈ, ਅਸੀਂ ਜਿੰਨੇ ਵੀ ਇਹਨਾਂ ਦੀ ਜੋ ਅਸੀਂ ਮੰਗ ਹੈ ਸਾਡੀ ਕਿ ਇਸ ਪ੍ਰੋਟੈਸਟ ਨੂੰ ਖਾਰਿਜ ਕੀਤਾ ਜਾਵੇ, ਤਾਂ ਕਿ ਅਸੀਂ ਇਸ ਨੂੰ ਆਪਣੇ ਜੋ ਵੀ ਆਪਣੇ ਨਾਲ ਜਿੰਨੇ ਵੀ ਲੋਕ ਆਏ ਹੈ ਇਹ ਸਿਰਫ ਇਸ ਵਜ੍ਹਾ 'ਤੇ ਆਏ ਤਾਂ ਕਿ ਇਸ ਨੂੰ ਖਾਰਿਜ ਕੀਤਾ ਜਾ ਸਕੇ। ਅਤੇ ਜਦ ਤੱਕ ਇਹ ਨਹੀਂ ਹੋਵੇਗਾ, ਅਸੀਂ ਕੁਛ ਦਿਨਾਂ ਬਾਅਦ ਅਸੀਂ ਇਹ ਪ੍ਰੋਟੈਸਟ ਕਰਦੇ ਰਹਾਂਗੇ ਬਿਲਕੁਲ ਸ਼ਾਂਤੀਪੂਰਵਕ। ਕੋਈ ਵੀ ਇਸ ਦੇ ਨਾਲ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ, ਕਿਸੇ ਨੂੰ ਪਰੇਸ਼ਾਨ ਨਹੀਂ ਕਰਾਂਗੇ। ਹੁਣ ਜਿਵੇਂ ਵਕਫ ਅਮੈਂਡਮੈਂਟ ਬਿੱਲ ਵਿੱਚ ਦੱਸਿਆ ਗਿਆ ਹੈ ਕਿ ਜੋ ਇਸ ਕਾਉਂਸਲ ਵਿੱਚ ਵਕਫ ਕਾਉਂਸਲ ਵਿੱਚ 2 ਹਿੰਦੂਆਂ ਦਾ ਹੋਣਾ ਲਾਜ਼ਮੀ ਹੈ, ਤਾਂ ਇੰਨੇ ਸਾਰੇ ਮਤਲਬ ਕਿ ਹਿੰਦੂ ਵੋਟਸ ਹੈ, ਕਿਆ ਉਹਦੇ ਵਿੱਚ ਕਿਸੇ ਵੀ ਮੁਸਲਿਮ ਦੀ ਐਂਟਰੀ ਹੋਈ ਹੈ? ਅੱਜ ਤੱਕ ਨਹੀਂ। ਕਿਉਂ? ਕਿਉਂਕਿ ਇਹ ਤਾਂ ਸਾਡੇ ਨਾਲ ਫਿਰ ਨਾਇਨਸਾਫੀ ਹੈ ਨਾ। ਕਿਉਂਕਿ ਅਗਰ ਹਿੰਦੂ ਬੋਰਡ ਵਿੱਚ ਮੁਸਲਿਮ ਨਹੀਂ ਹੋ ਸਕਦੇ ਤਾਂ ਮੁਸਲਿਮ ਵਕਫ ਬੋਰਡ ਵਿੱਚ ਹਿੰਦੂ ਤੁਸੀਂ ਕਿਵੇਂ ਸ਼ਾਮਿਲ ਕਰ ਸਕਦੇ ਹੋ? ਔਰ ਜੋ ਵੀ ਇਹ ਸੰਪत्ति ਹੈ, ਠੀਕ ਹੈ, ਜੋ ਵੀ ਦਿੱਤਾ ਹੋਇਆ ਹੈ ਸਾਰਾ ਮਤਲਬ ਜੋ ਵੀ ਹੈ ਇਹ ਸਾਰਾ ਸਾਡੇ ਪੁਰਖਾਂ ਦਾ ਹੈ, ਠੀਕ ਹੈ। ਸਾਡੇ ਪੁਰਖਾਂ ਨੇ ਜੋ ਦਾਨ ਦਿੱਤਾ ਹੈ ਉਸ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਤਾਂ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਬਹੁਤ ਜ਼ਿਆਦਾ ਹਿੰਦੂ ਟਰਸਟ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਦਾਨ ਕੀਤੀਆਂ ਗਈਆਂ। ਕਿਆ ਮੁਸਲਮਾਨਾਂ ਨੇ ਕਦੇ ਉਹਦੇ ਵਿੱਚ ਇੰਟਰਫੇਅਰ ਕੀਤਾ ਹੈ? ਕਦੇ ਵੀ ਨਹੀਂ ਕੀਤਾ। ਇਸ ਲਈ ਅਸੀਂ ਇਸ ਬਿੱਲ ਦੇ ਖਿਲਾਫ ਹੈ, ਕਿਉਂਕਿ ਜੋ ਸਾਡੀ ਪੁਰਖਾਂ ਦੀ ਦਿੱਤੀ ਹੋਈ ਜ਼ਮੀਨ ਹੈ ਉਸ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ ਹੈ, ਠੀਕ ਹੈ। ਨਾ ਹੀ ਸਰਕਾਰ ਨੇ ਸਾਨੂੰ ਕੁਝ ਦਿੱਤਾ ਹੈ, ਤਾਂ ਸਰਕਾਰ ਸਾਤੋਂ ਕੁਝ ਲੈ ਕਿਵੇਂ ਸਕਦੀ ਹੈ? ਇਸ ਲਈ ਜੋ ਅਸੀਂ ਇਹ ਵਕਫ ਅਮੈਂਡਮੈਂਟ ਬਿੱਲ ਹੈ, ਅਸੀਂ ਇਹਦੇ ਸਖਤ ਖਿਲਾਫ ਹੈ ਔਰ ਅਸੀਂ ਇਹਦਾ ਵਿਰੋਧ ਕਰਦੇ ਹਾਂ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਵਕਫ ਅਮੈਂਡਮੈਂਟ ਬਿੱਲ ਹੈ ਇਹ ਕੈਂਸਲ ਕੀਤਾ ਜਾਵੇ।
से डिमांड करते हैं कि इस बिल को वापस लें, और अगर वापस नहीं लेंगे तो जैसे हमारे बड़ों ने इस देश के लिए आज़ादी दी है, वह हुकूमत को यही नहीं मालूम कि जिन मदरसों को हुकूमत बंद करना चाहती है, हमारे आबा व अजदाद उन्हीं मदरसों से पढ़े हुए थे और उन मदरसों से पढ़ करके देश में अंग्रेज़ों के ख़िलाफ़ जंग लड़ी। और अगर हुकूमत आज हमारे मदरसों को छीनना चाहती है और हमारे जो है ये हमारी औकाफ की ज़मीनों को हड़पना चाहती है, तो हम बता देना चाहते हैं जैसे हमारे आबा व अजदाद ने अंग्रेज़ों के ख़िलाफ़ जंगें लड़ी थी, ऐसे ही हम इसके ख़िलाफ़ भी जंग लड़ेंगे और वक्फ बिल वापस करवा करके रहेंगे इंशाअल्लाह। बीजेपी वाले बोल रहे हैं हम मदरसों को किसी भी तरह का परेशान नहीं कर रहे, और जो ज़मीनों पर नाजायज़ कब्जे करके बैठे हैं हम उनके लिए ये बिल लाए हैं। नाजायज़ कब्ज़ा कैसा है? अमित शाह ने जो है पार्लियामेंट के अंदर, मैं उस भाषण को सुन रहा था, चिल्ला चिल्ला करके बोला कि हम वक्फ की प्रॉपर्टी को जो है कोई नुकसान नहीं पहुंचा रहे हैं। लेकिन देखा जाए अभी हिंदुस्तान पाकिस्तान की गेम के बीच में क्या होता है कि यूपी के अंदर 300 से ज़ायद औकाफ की प्रॉपर्टियों को डैमेज किया गया है। ये नाइंसाफ़ी हुकूमत हमारे साथ कर रही है। सरकार ले, और ये हमारे पुरखों की दी हुई ज़मीन है, वक्फ बोर्ड, कब्रिस्तान, खानखाओ, मदरसा के लिए दी हुई चीज़ है, इसको सरकार वापस ले, नहीं तो हम इसके खिलाफ़ सरकार से लड़ेंगे। जिस तरह हम देश के लिए लड़े हैं उनसे इसी तरह हम सरकार से भी लड़ेंगे। हमारा मांग यही है कि वक्फ बिल का जो सरकार ने पास किया है, ये उसमें दखल अंदाजी सरकार को देने की ज़रूरत नहीं है, और इसके लिए हम लड़ेंगे, सरकार से लड़ता रहेंगे। अगर सरकार आपकी बात नहीं सुनती तो अगला कदम क्या होगा? अगला कदम होगा हम सरकार से लड़ेंगे, और आगे हम देखेंगे क्या करना है। कैसे लड़ोगे? लड़ेंगे, सरकार से लड़ेंगे, जो कानून के तहत से लड़ाई होगी उसके लिए हम तैयार हैं और लड़ेंगे। फैसला तो सुप्रीम कोर्ट का है। नहीं, हम उसको नहीं मानते हैं जी। सरकार की हर बात को माने, हमने बहुत बर्दाश्त किया, लेकिन इस बार हम बर्दाश्त नहीं करेंगे। जिस तरह हम देश के लिए हम जंग लड़े हैं, आज़ादी के टाइम अंग्रेज़ के खिलाफ हम जंग लड़े हैं, इसी तरह से हम सरकार से लड़ेंगे। जो कानून के संविधान के हिसाब से होगा उसी हिसाब से हम सरकार से लड़ाई लड़ेंगे, और इस बिल को वापस लेना होगा। जब तक बिल वापस नहीं होगा हम चुप नहीं बैठेंगे। एक एक बच्चा इसके लिए हम लड़ेंगे, मर जाएंगे लेकिन इस बिल को वापस करा के ही रहेंगे। जब तक बिल वापस नहीं होगा हम लोग चैन से नहीं बैठेंगे। ਇਹ ਮੋਦੀ ਸਰਕਾਰ ਹੈ, ਇਹ ਘੱਟ ਗਿਣਤੀਆਂ ਤੇ ਲਗਾਤਾਰ ਜੁਰਮ ਕਰ ਰਹੀ ਹੈ, ਜਿਹਦੇ ਵਿੱਚ ਇੱਕ ਬਹੁਤ ਵੱਡਾ ਵਾਧਾ ਵਕਫ ਬਿੱਲ ਦੇ ਸੋਧ ਕਰਨੀ, ਇੱਕ ਘੱਟ ਗਿਣਤੀਆਂ ਨੂੰ ਦਬਾਉਣਾ। ਉਹਦੇ ਲਈ ਅੱਜ ਸਾਡੇ ਇੱਥੇ ਕੁਰਾਲੀ 'ਚ ਸ਼ਹਿਰ ਦੇ ਸਾਰੇ ਮੁਹੰਮਦਨ ਭਾਈਚਾਰੇ ਨੇ ਇਕੱਠੇ ਹੋ ਕੇ ਇੱਥੇ ਬੜਾ ਸ਼ਾਂਤੀਪੂਰਵਕ ਇੱਕ ਪ੍ਰੋਟੈਸਟ ਕੀਤਾ ਹੈ। ਉਹਦੇ ਵਿੱਚ ਮੈਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ। ਸਾਬਰ ਜੀ ਪ੍ਰਧਾਨ ਜੀ ਨੇ ਮੈਨੂੰ ਕਿਹਾ ਤੇ ਮੈਂ ਇਹਨਾਂ ਦੇ ਕਹਿਣ 'ਤੇ ਇੱਥੇ ਪਹੁੰਚਿਆ। ਮੇਰੀ ਅਪੀਲ ਹੈ ਮੋਦੀ ਸਰਕਾਰ ਨੂੰ ਵੀ ਇੱਦਾਂ ਘੱਟ ਗਿਣਤੀਆਂ ਨੂੰ ਪਲੀਜ਼ ਦਬਾਓ ਨਾ, ਇਹ ਕੋਈ ਤਰੀਕਾ ਨਹੀਂ ਹੈ। ਇਹਦੇ ਨਾਲ ਦੇਸ਼ ਟੁੱਟੇਗਾ, ਜੁੜੇਗਾ ਨਹੀਂ, ਕਿਉਂਕਿ ਸਾਡਾ ਇੱਕ ਮੁਲਕ ਬਹੁਤ ਵਧੀਆ ਗੁਲਦਸਤਾ ਹੈ। ਇਹਦੇ 'ਚ ਅਸੀਂ ਸਾਰੇ ਅਲੱਗ-ਅਲੱਗ ਧਰਮਾਂ ਫਿਰਕਿਆਂ ਦੇ ਅਲੱਗ-ਅਲੱਗ ਭਾਸ਼ਾਵਾਂ 'ਚ ਰਹਿੰਦੇ ਹੋਏ ਅਸੀਂ ਇੱਕ ਗੁਲਦਸਤੇ 'ਚ ਬੱਧੇ ਹੋਏ ਹਾਂ। ਪਰ ਜਿਵੇਂ ਦਾ ਬਿਹੇਵੀਅਰ ਮੋਦੀ ਸਰਕਾਰ ਕਰ ਰਹੀ ਹੈ, ਸੈਂਟਰ ਸਰਕਾਰ ਕਰ ਰਹੀ ਹੈ, ਇਹ ਦੇਸ਼ ਨੂੰ ਤੋੜਨ ਵਾਲੇ ਪਾਸੇ ਲਿਜਾ ਰਹੀ ਹੈ। ਇਹ ਇੱਕ ਬਹੁਤ ਵੱਡਾ ਹਮਲਾ, ਇਹਨੂੰ ਅਸੀਂ ਕਦੇ ਵੀ ਸਹਿਣ ਨਹੀਂ ਕਰਾਂਗੇ ਤੇ ਸਮੁੱਚੀ ਕਾਂਗਰਸ ਪਾਰਟੀ ਇਸ ਟਾਈਮ ਮੁਹੰਮਦਨ ਭਾਈਚਾਰੇ ਦੇ ਨਾਲ। ਧੰਨਵਾਦ। ਕਾਬਲਾ ਸਾਹਿਬ ਤੁਸੀਂ ਪਹੁੰਚੇ ਹੋ, ਅੱਜ ਕੀ ਕਹਿਣਾ ਚਾਹੁੰਦੇ ਹੋ? ਅੱਜ ਭਾਰਤ ਸਰਕਾਰ ਨੇ ਜੋ ਆਪਣੇ ਕਾਨੂੰਨ ਲਾਗੂ ਕੀਤੇ ਕਿ ਜੋ ਵਕਫ ਬੋਰਡ ਦੀਆਂ ਜ਼ਮੀਨਾਂ ਭਾਰਤ ਦੇ ਵਿੱਚ ਮੁਸਲਿਮ ਭਾਈਚਾਰੇ ਦੀਆਂ, ਉਹਨਾਂ ਨੂੰ ਖਾਰਜ ਕੀਤਾ ਜਾਵੇ। ਪਹਿਲਾਂ ਵੀ ਸਾਡੇ ਕਿਸਾਨਾਂ ਨਾਲ ਇਸੇ ਤਰੀਕੇ ਦਾ ਉਹਨਾਂ ਨੇ ਧੋਖਾ ਕੀਤਾ। 3 ਕਾਲੇ ਕਾਨੂੰਨ ਲਿਆਂਦੇ ਜਿਹਦੇ ਵਿੱਚ तमाम ਕਿਸਾਨ ਔਰ तमाम ਸਾਡੇ ਨਾਲ ਭਾਈਚਾਰਾ ਜਾ ਕੇ ਉਹਨਾਂ ਦੀ ਸਰਹੱਦ ਤੇ ਉਹਨਾਂ ਦੇ ਧੌਣ ਦੇ ਵਿੱਚ ਕੀਲਾ ਜਿਹੜਾ ਫਸਿਆ ਹੋਇਆ ਉਹ ਕੱਢਿਆ। ਉਸ ਤੋਂ ਬਾਅਦ ਉਹਨਾਂ ਨੇ 3 ਕਾਲੇ ਕਾਨੂੰਨ ਵਾਪਸ ਲੱਤੇ। ਫਿਰ ਤੋਂ ਉਹਨਾਂ ਨੇ ਧੋਖਾ ਕਰਿਆ ਕਿਸਾਨਾਂ ਨਾਲ, ਜੋ ਅੱਜ ਕਿਸਾਨ ਵੀ ਉੱਤੇ ਬੈਠੇ ਆ। ਅੱਜ ਦੁਆਰ ਤੋਂ ਇਹ ਜੋ ਮੁਸਲਿਮ ਭਾਈਚਾਰੇ ਨਾਲ ਉਹਨਾਂ ਨੇ ਧੋਖਾ ਕਰਿਆ ਭਾਰਤ ਸਰਕਾਰ ਨੇ, ਇਹਦੇ ਸੰਬੰਧ ਵਿੱਚ ਅੱਜ ਸਾਡੇ ਕੁਰਾਲੀ ਦੇ ਪ੍ਰਧਾਨ ਜੀ ਤੇ तमाम ਮੁਸਲਿਮ ਭਾਈਚਾਰਾ, ਸਾਡੀਆਂ ਮਹਿਲਾਵਾਂ ਤੇ ਭੈਣਾਂ ਅੱਜ ਇਕੱਠੀਆਂ ਹੋਈਆਂ। ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਡੇ ਰਣਜੀਤ ਜੀਤੀ ਜੀ, तमाम ਵੱਖ-ਵੱਖ ਪਾਰਟੀਆਂ ਦੇ ਬੰਦੇ ਇਹਨਾਂ ਨਾਲ ਹਮੇਸ਼ਾ ਜੋ ਖੜਦੇ ਆ ਔਰ ਖੜਦੇ ਰਹਾਂਗੇ। ਸੋ ਜੋ ਭਾਰਤ ਸਰਕਾਰ ਨੇ ਇਹਨਾਂ ਦੇ ਖਿਲਾਫ ਕਾਨੂੰਨ ਪਾਸ ਕੀਤਾ, ਉਹਦੇ ਲਈ ਜਿੱਥੇ ਵੀ ਇਹ ਵਿਰੋਧ ਕਰਨਗੇ, ਜਿੱਥੇ ਵੀ ਸਾਨੂੰ ਬੁਲਾਉਣਗੇ,
ਅਸੀਂ ਹਮੇਸ਼ਾ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੂਗੇ, ਕਿਉਂਕਿ ਇਹ ਸਾਡੇ ਅੱਜ ਮੁਸਲਿਮ ਭਾਈਚਾਰੇ ਤੋਂ ਉੱਪਰ ਉੱਠ ਕੇ ਅੱਜ ਸਾਡੇ ਭਾਰਤ ਦੇ ਲੋਕਾਂ ਨਾਲ ਹੈ। ਜਿੱਦਾਂ ਤੁਸੀਂ ਦੇਖਿਆ ਕਿ ਚਾਹੇ ਉਹ ਅੱਜ ਪਾਕਿਸਤਾਨ ਨਾਲ ਲੜਾਈ ਹੁੰਦੀ ਹੋਵੇ, ਉਸ ਟਾਈਮ ਵੀ ਮੁਸਲਿਮ ਭਾਈਚਾਰੇ ਨੇ ਪਾਕਿਸਤਾਨ ਦੇ ਖਿਲਾਫ ਨਾਅਰੇ ਲਾਏ ਕਿ ਅਸੀਂ ਭਾਰਤ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਗਲਤੀ ਕਰੀ। ਅੱਜ ਅਸੀਂ ਇਹਨਾਂ ਦੇ ਨਾਲ ਮੋਢਾ ਲਾ ਕੇ ਖੜੇ ਆ, ਕਿਉਂਕਿ ਇਹ ਸਾਡੇ ਲੋਕ ਹੈ। ਅਸੀਂ ਇਹਨਾਂ ਦੀ ਲੜਾਈ ਆਪਣੇ ਨਾਲ ਹੋ ਕੇ ਲੜਾਂਗੇ, ਜਿੱਥੇ ਵੀ ਸਾਨੂੰ ਜ਼ਰੂਰਤ ਲੜਾਂਗੇ। ਤੁਸੀਂ ਕਾਂਗਰਸੀ ਸੀਨੀਅਰ ਆਗੂ ਹੋ, ਜੇਕਰ ਤੋਂ ਇਹਨਾਂ ਨੂੰ ਲੋੜ ਪੈਂਦੀ ਹੈ ਤੁਹਾਡੀ ਤਾਂ ਤੁਸੀਂ ਨਾਲ ਖੜੇ ਹੋ। ਮੈਂ ਤੁਹਾਨੂੰ ਦੱਸ ਰਿਹਾ ਵੀ ਚਾਹੇ ਸਾਨੂੰ ਵਿਧਾਨ ਸਭਾ 'ਚ ਸਵਾਲ ਚੁਕਵਾਉਣਾ ਪਵੇ LOP ਸਾਹਿਬ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਜੀ ਤੋਂ, ਚਾਹੇ ਸਾਨੂੰ ਕਿਸੇ ਵੀ ਦਫ਼ਤਰ ਦਾ ਘਿਰਾਓ ਕਰਨਾ ਪਵੇ BJP ਵਾਲਿਆਂ ਦਾ, ਜਿੱਥੇ ਸਾਡੀ ਇਹ ਡਿਊਟੀ ਲਾਉਂਗੇ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਹਿਲਾਂ ਭਾਈਚਾਰਾ ਨਿਭਾਉਂਗੇ। ਅਸੀਂ ਇਹਨਾਂ ਨਾਲ ਮੋਢਾ ਲਾ ਕੇ ਖੜੇ ਹਾਂ। ਅੱਗੇ ਨੂੰ ਵੀ ਜ਼ਰੂਰਤ ਪੈ ਗਈ ਜਦ ਤੱਕ ਇਹ ਬਿੱਲ ਖਾਰਜ ਨਹੀਂ ਹੁੰਦਾ। ਜਿੱਦਾਂ ਜਿੱਦਾਂ ਇਸਲਾਮੀ ਗਾਈਡਲਾਈਨ ਆਉਂਦੀ ਰਹੇਗੀ, 10 ਦਿਨ ਬਾਅਦ, ਮਹੀਨੇ ਬਾਅਦ, ਜਦੋਂ ਵੀ ਇਸੇ ਤਰ੍ਹਾਂ ਆਪਾਂ ਨੇ ਕਰਦੇ ਰਹਿਣਾ, ਠੀਕ ਹੈ ਨਾ। ਸਾਰੇ ਭਾਈਆਂ ਦਾ, ਸਾਰੇ ਭੈਣਾਂ ਦਾ, ਸਾਰੀਆਂ ਬੇਟੀਆਂ ਦਾ ਧੰਨਵਾਦ ਜਿਨ੍ਹਾਂ ਨੇ ਟਾਈਮ ਕੱਢਿਆ, ਔਰ ਅੱਗੇ ਨੂੰ ਵੀ ਕੱਢਣਾ ਇਹ ਟਾਈਮ। ਜਦ ਤੱਕ ਬਿੱਲ ਖਾਰਜ ਨਹੀਂ ਹੁੰਦਾ ਇਹ ਆਪਾਂ ਪਿੱਛਾ ਨਹੀਂ ਛੱਡਾਂਗੇ ਸਰਕਾਰ ਦਾ, ਠੀਕ ਹੈ ਜੀ। ਸਾਰਿਆਂ ਦਾ ਧੰਨਵਾਦ। ਤੇ ਆਰਾਮ ਨਾਲ ਬੱਚੇ ਇੱਕ ਸਾਈਡ ਤੇ ਹੋ ਕੇ ਆਰਾਮ ਨਾਲ ਆਪਣੇ ਘਰ ਨੂੰ ਜਾਣਾ ਤੁਸੀਂ, ਠੀਕ ਹੈ ਜੀ। ਸਾਰਿਆਂ ਦਾ ਧੰਨਵਾਦ ਹੈ ਜੀ।